ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਆਸਨ ਸੋਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਜੇ ਜੁਝਾਓ ਬਹੁਤ ਹੀ ਜੁਟੇ ਸੁਬਟ ਸੁਕਟਕ ਕਟ ਕਟ ਝਟਪਟ ਬਿਕਟ ਜੇ ਸਟ ਪਟਕਵੈ ਨ ਅਟਕ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 6ਵੀਂ ਰਾਸ ਚੱਲ ਰਹੀ ਹੈ। ਪਿਛਲੇ ਪ੍ਰਸੰਗ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਮੇਰੀ ਪੀਰੀ ਦੇ ਮਾਲਕ ਦਲ ਪੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਚੌੜੇ ਫਲ ਵਾਲਾ ਤੀਰ ਪੱਥੇ 'ਚੋਂ ਕੱਢ ਕੇ ਕੰਨ ਤਾਈਂ ਖਿੱਚ ਕੇ ਮਾਰ ਰਹੇ ਹਨ ਮੈਦਾਨੇ ਜੰਗ ਵਿੱਚ। ਅੱਗੇ ਹੋ ਕੇ ਗੁਰੂ ਸਾਹਿਬ ਜੀ ਦਾ ਤੀਰ ਜਦੋਂ ਧਨੁਖ 'ਚੋਂ ਨਿਕਲਦਾ ਹੈ, ਇੱਕ ਨੂੰ ਬਿੰਨ ਕੇ ਦੂਜੇ ਤੀਜੇ ਚੌਥੇ ਪੰਜਵੇਂ ਨੂੰ ਜਿਹੜਾ ਵੀ ਸਨਮੁਖ ਆਉਂਦਾ ਹੈ ਉਹ ਤੀਰ ਪਾਰ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਤੀਰਾਂ ਦੇ ਨਾਲ ਤੁਰਕਾਂ ਨੂੰ ਮਾਰਦਿਆਂ ਦੇਖ ਕੇ ਤੁਰਕ ਸਾਰੇ ਮਿਲ ਕੇ ਕਹਿਣ ਲੱਗੇ ਕਿ ਤੁਸੀਂ ਪਿਛਾਂ ਕਿਉਂ ਮੁੜਦੇ ਹੋ, ਮਾਰ ਮਾਰ ਕੇ ਮਰਦੇ ਕਿਉਂ ਨਹੀਂ? ਤੁਸੀਂ ਆਪਣਾ ਜੀਵਨ ਤੁਹਾਨੂੰ ਪਿਆਰਾ ਲੱਗਦਾ ਹੈ, ਰਣ ਭੂਮੀ ਵਿੱਚ ਆ ਕਰਕੇ ਤੁਸੀਂ ਪਿੱਠ ਦੇ ਕੇ ਭੱਜਣਾ ਚਾਹੁੰਦੇ ਹੋ। ਕਿੱਥੇ ਜਾਓਗੇ, ਕੀ ਮੂੰਹ ਦਿਖਾਓਗੇ? ਅੱਗੇ ਹੋ ਕੇ ਲੜੋ। ਸਾਰੇ ਤੁਰਕਾਣੇ ਬੰਦੂਕਾਂ ਲੈ ਕਰਕੇ ਅੱਗੇ ਵਧੇ। ਭਾਈ ਬਿਧੀ ਚੰਦ ਜੀ ਨੂੰ ਬੜਾ ਰੋਸ ਜਾਗਿਆ। ਉਹ ਵੀ ਸਿੱਖ ਸੂਰਮਿਆਂ ਦੇ ਨਾਲ ਆ ਕੇ ਔਰ ਤਿੱਖੇ ਤਿੱਖੇ ਤੀਰ ਕੰਨ ਤਾਈਂ ਖਿੱਚ ਖਿੱਚ ਕੇ ਮਾਰਨ ਲੱਗੇ। ਹਜ਼ਾਰਾਂ ਹੀ ਤੁਰਕਾਂ ਦਾ ਵਿਨਾਸ਼ ਕੀਤਾ। ਇਸ ਤਰ੍ਹਾਂ ਬੜਾ ਘਮਸਾਨ ਯੁੱਧ ਮਚਿਆ ਹੋਇਆ ਹੈ। ਅਬਦਲ ਖਾਂ ਸੂਬਾ ਬੜਾ ਪਛਤਾਤਾਪ ਕਰਦਾ ਹੈ ਕਿ ਮੇਰਾ ਵੱਡਾ ਪੁੱਤਰ ਮਾਰਿਆ ਗਿਆ, ਇੰਨੀ ਸਾਰੀ ਸੈਨਾ ਮਾਰੀ ਗਈ, 2 ਖੱਤਰੀਆਂ ਨੇ ਸਾਡੀ ਸੈਨਾ ਮਰਵਾ ਦਿੱਤੀ, ਉਹ ਆਪ ਵੀ ਮਰਨਗੇ, ਸਾਨੂੰ ਵੀ ਮਰਵਾਉਣਗੇ। ਇਹ ਸਾਨੂੰ ਚੜ੍ਹਾ ਕੇ ਲੈ ਕੇ ਆਏ ਹਨ, ਮੈਦਾਨੇ ਜੰਗ ਵਿੱਚ ਲੁਕ ਛਿਪ ਕੇ ਰਹਿੰਦੇ ਹਨ, ਉਹ ਸਨਮੁਖ ਨਜ਼ਰ ਨਹੀਂ ਆਉਂਦੇ। ਸੋ ਇਸ ਤਰ੍ਹਾਂ ਸੋਚਦਾ ਹੈ ਕਿ ਹੁਣ ਦੇਖਾਂ ਅੱਗੇ ਜਾ ਕਰ ਕੇ ਗੁਰੂ ਸਾਹਿਬ ਜੀ ਕਿਵੇਂ ਤੀਰ ਚਲਾਉਂਦੇ ਹਨ, ਕਿੰਨਾ ਕੁ ਬਲ ਹੈ ਉਹਨਾਂ ਵਿੱਚ, ਮੈਂ ਵੀ ਦੇਖਾਂ। ਜੋ ਲੋਕ ਤਾਰੀਫ ਕਰਦੇ ਹਨ ਕਿ ਇੱਕ ਇੱਕ ਤੀਰ ਦੇ ਨਾਲ 10-10 ਤੁਰਕ ਮਾਰੀ ਜਾਂਦੇ ਹਨ, ਮੈਂ ਵੀ ਅੱਗੇ ਹੋ ਕੇ ਦੇਖਣਾ ਚਾਹੁੰਦਾ ਹਾਂ।
ਅੱਜ ਅੰਤ ਹੀ ਕਰਾਂਗਾ, ਜਾਂ ਗੁਰੂ ਨੂੰ ਫੜਾਂਗਾ ਜਾਂ ਮਾਰ ਦਿਆਂਗਾ ਜਾਂ ਮਰ ਜਾਵਾਂਗਾ, ਗੁਰੂ ਦੇ ਹੱਥੋਂ ਮਰਾਂਗਾ ਜਾਂ ਮਾਰਾਂਗਾ। ਇਹ ਸੰਕਲਪ ਲੈ ਕਰਕੇ ਮੈਦਾਨੇ ਜੰਗ ਵਿੱਚ ਅਬਦੁਲ ਖਾਨ ਸੂਬਾ ਚੱਲ ਕੇ ਆਇਆ। ਇੱਧਰ ਗੁਰੂ ਸਾਹਿਬ ਜੀ ਮੁਸਤੈਦ ਹੋ ਕਰਕੇ ਔਰ ਤੀਰਾਂ ਦੀ ਵਰਖਾ ਕਰ ਰਹੇ ਹਨ। ਅਗਲੇ ਪ੍ਰਕਰਨ ਅੰਦਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫੇਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਬਜੇ ਜੁਝਾਊ ਬਹੁਤ ਹੀ ਜੁਟੇ ਸੁਭਟ ਸੁਕਟਕ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਜੁਝਾਰੂ ਬਾਜੇ ਵੱਜੇ, ਬਹੁਤ ਸਾਰੇ ਸੂਰਮੇ ਆ ਕਰਕੇ ਜੁਟੇ, ਤੁਰਕ ਸੈਨਾ ਇਕੱਠੀ ਹੋ ਕਰਕੇ ਆਈ ਹੈ। ਕਟ ਕਟ ਚਟਪਟ ਬਿਕਟ ਜੇ, ਸਟਪਟ ਕਵੈ ਨ ਅਟਕ। ਉਹ ਜਿਹੜੇ ਬੜੇ ਬਹਾਦਰ ਸੂਰਬੀਰ ਕਹਾਉਂਦੇ ਸਨ, ਉਹ ਸਟਾਪਟ ਛੇਤੀ ਛੇਤੀ ਉਹ ਕੱਟੇ ਜਾਂਦੇ ਹਨ। ਕੱਟਾ ਵੱਡੀ ਸ਼ੁਰੂ ਹੋ ਗਈ, ਉਹਨਾਂ ਦਾ ਹੌਸਲਾ ਪਸਤ ਹੋ ਗਿਆ, ਕੋਈ ਵੀ ਅੱਗੇ ਆ ਕੇ ਅੜਦਾ ਨਹੀਂ ਹੈ। ਰਸਾਵਲ ਛੰਦ ਚਲਾ ਤੀਰ ਗੋਰੀ, ਮਨੋ ਖੇਲ ਹੋਰੀ। ਔਰ ਤੀਰ ਇਉਂ ਚੱਲੇ ਮਾਨੋ ਹੋਲੀ ਖੇਡ ਰਹੇ ਹਨ ਰਣ ਭੂਮੀ ਵਿੱਚ। ਸਟਾ ਸਟ ਸੇਲੇ ਮਨੋ ਮੂਠ ਮੇਲੇ। ਔਰ ਸਟਾ ਸਟ ਛੇਤੀ ਛੇਤੀ ਸੇਲੇ ਬਰਛੇ ਚੱਲ ਰਹੇ ਹਨ, ਮਾਨੋ ਮੁੱਠ ਭਰ ਕੇ ਗੁਲਾਲ ਸਿੱਟ ਰਹੇ ਹਨ। ਸਮੂਹ ਤੁਫੰਗਾ ਕਰੇ ਘਾਉ ਅੰਗਾ। ਸਨਮੁਖ ਹੋ ਕੇ ਬੰਦੂਕ ਚੋਂ ਗੋਲੀਆਂ ਚਲਾਉਂਦੇ ਹਨ, ਅੰਗ ਭੰਗ ਕਰਦੇ ਹਨ। ਲਗੀ ਪਿਚਕਾਰੀ ਖਿਰਿਓ ਰੰਗ ਭਾਰੀ। ਜਦੋਂ ਗੋਲੀ ਵੱਜਦੀ ਹੈ ਜਾਂ ਤੀਰ ਵੱਜਦਾ ਹੈ, ਖੂਨ ਨਿਕਲਦੇ ਹਨ, ਮਾਨੋ ਪਿਚਕਾਰੀ 'ਚ ਰੰਗ ਭਰਿਆ ਹੋਇਆ ਹੈ, ਲਾਲ ਰੰਗ ਭਰਿਆ ਹੋਇਆ ਪਿਚਕਾਰੀ ਚੱਲ ਰਹੀ ਹੈ। ਇਸ ਤਰ੍ਹਾਂ ਸੂਰਮਿਆਂ ਦੇ ਸਰੀਰ 'ਚੋਂ ਖੂਨ ਨਿਕਲਦਾ ਹੈ। ਪਤੰਗੀ ਸੁਰੰਗਾ ਚਲਿਓ ਸਰੋਣ ਅੰਗਾ। ਔਰ ਅੰਗਾਂ 'ਚੋਂ ਸਰੋਣ ਲਹੂ ਵਗਦਾ ਹੈ, ਪਤੰਗੀ ਲਾਲ ਰੰਗ ਦੇ ਪਤੰਗੇ ਵਾਂਗ। ਸੋ ਢਾਲੇ ਉਛਾਲੇ ਡਫੈ ਜਿਉ ਵਿਸਾਲੇ। ਔਰ ਢਾਲ ਤਲਵਾਰ ਲੈ ਕਰਕੇ ਇੱਕ ਦੂਜੇ ਦੇ ਉੱਪਰ ਵਾਰ ਕਰਦੇ ਹਨ, ਆਪਣਾ ਆਪ ਬਚਾਉਂਦੇ ਹੋਏ ਬੈਰੀ ਦੇ ਉੱਪਰ ਵਾਰ ਕਰ ਰਹੇ ਹਨ। ਸੁਮਾਰੰ ਅਲਾਵੈ ਮਨੋ ਗੀਤ ਗਾਵੈ। ਮਾਰ ਲਓ ਇਸ ਤਰ੍ਹਾਂ ਕਹਿੰਦੇ ਹਨ, ਮਾਨੋ ਗੀਤ ਗਾ ਰਹੇ ਹਨ। ਰਣ ਭੂਮੀ ਵਿੱਚ ਮਾਰੂ ਗੀਤ ਗਾ ਰਹੇ ਹਨ। ਪਰੈ ਧਾਏ ਧਾਈ ਕਿਰਪਾਨਾਂ ਚਲਾਈ। ਕਿਰਪਾਨਾਂ ਚਲਾ ਕਰਕੇ ਔਰ ਨੱਠ ਭੱਜ ਹੋ ਰਹੀ ਹੈ ਸੂਰਮਿਆਂ ਦੀ, ਆਪਸ 'ਚ ਇੱਕ ਦੂਜੇ ਨੂੰ ਕਿਰਪਾਨਾਂ ਦਾ ਪ੍ਰਹਾਰ ਕਰ ਰਹੇ ਹਨ। ਕਟੈ ਅੰਗ ਗੇਰੈ ਸੋ ਲਉਥੈ ਕਨੇਰੈ। ਜਿਨ੍ਹਾਂ ਦੇ ਅੰਗ ਕੱਟੇ ਜਾਂਦੇ ਹਨ, ਉਹਨਾਂ ਦੀ ਲੋਥ ਰਣ ਭੂਮੀ ਵਿੱਚ ਡਿੱਗੀ ਪਈ ਹੈ। ਨਵਾਬੰ ਦਿਖਾਵੈ ਬੜੇ ਓਜ ਲਾਵੈ। ਸਾਰੇ ਤੁਰਕ ਸੈਨਾ ਆਪਣੇ ਨਵਾਬ ਅਬਦੁਲ ਖਾਨ ਨੂੰ ਦਿਖਾਉਣਾ ਚਾਹੁੰਦੇ ਹਨ ਆਪਣਾ ਬਲ ਪਰਾਕਰਮ, ਕਿ ਦੇਖੋ ਅਸੀਂ ਕਿਸ ਤਰ੍ਹਾਂ ਯੁੱਧ ਕਰਦੇ ਹਾਂ, ਕਿਸ ਤਰ੍ਹਾਂ ਬੈਰੀ ਨੂੰ ਮਾਰ ਰਹੇ ਹਾਂ। ਇਸ ਤਰ੍ਹਾਂ ਬਹੁਤ ਓਜ ਬਲ ਲਗਾ ਕਰਕੇ ਪ੍ਰਹਾਰ ਕਰਦੇ ਹਨ, ਨਵਾਬ ਅਬਦੁਲ ਖਾਨ ਨੂੰ ਦਿਖਾਉਂਦੇ ਹਨ। ਨਹੀਂ ਪਾਏ ਪਾਛੇ ਭੀਰੇ ਸੂਰ ਆਛੇ। ਸਾਰੇ ਸੂਰਮੇ ਆਪਸ 'ਚ ਭਿੜ ਕਰਕੇ ਜੰਗ ਕਰ ਰਹੇ ਹਨ, ਪੈਰ ਪਿਛਾਂ ਨਹੀਂ ਪੁੱਟਦੇ। ਇਤੈ ਸਿੱਖ ਦੋਰੇ ਮਚਿਓ ਭੀ ਮਾਰੋ ਰੇ। ਇਧਰੋਂ ਸਿੱਖ ਸੂਰਮੇ ਦੌੜੇ ਤੁਰਕਾਂ ਵੱਲ,
ਬਹੁਤ ਕਮਸਾਨ ਯੁੱਧ ਹੋਣ ਲੱਗਿਆ। ਵਰਹਿ ਹੁਦੈ ਕੈ ਕਿਰਪਾਨਾ ਚਲੈ ਕੈ। ਬਹੁਤ ਹੱਲਾ ਕਰਕੇ ਵੀਰ ਰਸ ਦੇ ਨਾਲ ਭਰ ਕਰਕੇ ਕਿਰਪਾਨਾਂ ਦਾ ਪ੍ਰਹਾਰ ਕਰਨ ਲੱਗੇ। ਕਿਤੇ ਢਾਲ ਓਢੈ ਕਿਤੇ ਹਾਥ ਛੋੜੈ। ਔਰ ਕਿਤੇ ਢਾਲ ਦੇ ਉੱਪਰ ਬਾਹਰ ਰੋਕ ਕਰਕੇ ਕਿਰਪਾਨ ਚਲਾਉਂਦੇ ਹਨ। ਸੋ ਬੰਕੈ ਸਿਪਾਹੀ ਮਰੇ ਜੰਗ ਮਾਹੀ। ਜਿਹੜੇ ਬਾਂਕੇ ਸਿਪਾਹੀ ਹਨ ਉਹ ਰਣ ਭੂਮੀ ਵਿੱਚ ਕੱਟੇ ਵੱਡੇ ਜਾਂਦੇ ਹਨ, ਮਰ ਕੇ ਡਿੱਗਦੇ ਹਨ। ਵਿਧੀ ਚੰਦ ਰੋਸਾ ਬੜੀ ਜੰਗ ਹੋਸਾ। ਭਾਈ ਵਿਧੀ ਚੰਦ ਨੂੰ ਬੜਾ ਰੋਸ ਜਾਗਿਆ। ਰਣ ਭੂਮੀ ਵਿੱਚ ਸ਼ਸਤਰ ਲੈ ਕੇ ਅੱਗੇ ਆਇਆ। ਸੋ ਆਪੰ ਬਚਾਵੈ ਕਨੇ ਸ਼ਤਰੂ ਕਾਵੈ। ਭਾਈ ਵਿਧੀ ਚੰਦ ਜੀ ਆਪਣਾ ਆਪ ਬਚਾਉਂਦੇ ਹੋਏ ਸ਼ਤਰੂਆਂ ਦਾ ਵਿਨਾਸ਼ ਕਰਦੇ ਹਨ। ਤਜੈ ਤੀਰ ਤਿੱਖੇ ਜੋ ਸਰਪੰ ਸਰੀਖੇ। ਔਰ ਸਭ ਸਰੀਖੇ ਤੀਰ ਤਿੱਖੇ ਤੀਰ ਭਾਈ ਵਿਧੀ ਚੰਦ ਜੀ ਤੁਰਕਾਂ ਵੱਲ ਚਲਾਉਂਦੇ ਹਨ। ਪਟੰਗ ਪ੍ਰਾਨ ਹਾਨੇ ਗਿਰੈ ਜੰਗ ਥਾਨੇ। ਔਰ ਸੂਰਮੇ ਜਿਹੜੇ ਹਨ ਰਣ ਭੂਮੀ ਵਿੱਚ ਉਸੇ ਥਾਂ ਤੇ ਮਰ ਕੇ ਡਿੱਗਦੇ ਹਨ। ਮੁਖੰ ਭਾਰ ਕੇ ਈਸੇ ਔਂਧੇ ਪਰੇਈ। ਮੂੰਹ ਭਾਰ ਡਿੱਗੇ ਹਨ, ਕਈ ਮੁੱਦੇ ਪਏ ਹਨ। ਔਰ ਤਲਵਾਰ ਦਾ ਵਾਰ ਖਾ ਕਰਕੇ ਉਹ ਮੁੱਦੇ ਪਏ ਹਨ। ਔਰ ਕਈ ਭਵਾਟੜੀ ਖਾ ਕੇ ਡਿੱਗਦੇ ਹਨ। ਜਹਾਂ ਕਾਬ ਹੋਹੁ ਪਕਾ ਭਕ ਲੋਹੂ। ਜਿੱਥੇ ਜ਼ਖਮ ਹੁੰਦਾ ਹੈ ਉਸ ਜ਼ਖਮ ਚੋਂ ਪੱਕਾ ਪੱਕ ਲਹੂ ਜਦੋਂ ਨਿਕਲਦਾ ਹੈ ਭੱਕ ਭੱਕ ਦੀ ਆਵਾਜ਼ ਹੁੰਦੀ ਹੈ। ਕਹੂੰ ਕੰਪ ਤਾਰੇ ਪਇਓ ਤਰਾਸ ਭਾਰੇ। ਬਹੁਤ ਭਾਰੇ ਡਰ ਧਾਰ ਕਰਕੇ ਔਰ ਕੰਬ ਰਹੇ ਹਨ ਤੁਰਕ ਸੈਨਾ। ਸਾਰੇ ਕੰਪੀ ਛਾ ਗਈ ਹੈ ਤੁਰਕਾਂ ਵਿੱਚ। ਕਹੂੰ ਕੋ ਪਠਾਨੇ ਗਇਓ ਖਗ ਪਾਨੇ। ਕਈ ਤਾਂ ਕ੍ਰੋਧ ਧਾਰ ਕਰਕੇ ਔਰ ਕਿਰਪਾਨ ਮਿਆਨ ਚੋਂ ਕੱਢ ਕਰਕੇ ਚਲਾਉਂਦੇ ਹਨ। ਚਟਾ ਝਟ ਬਾਹੈ ਕਰੈ ਓਜੀ ਬਾਹੈ। ਬਹੁਤ ਬਲ ਲਗਾ ਕਰਕੇ ਝਟਾਪਟ ਛੇਤੀ ਛੇਤੀ ਕਿਰਪਾਨਾਂ ਦਾ ਪ੍ਰਹਾਰ ਕਰਦੇ ਹਨ। ਤਛਾ ਮੁਛ ਹੋਏ ਬੜੀ ਨੀਂਦ ਸੋਏ। ਅੱਛਾ ਮੁੱਛ ਹੋ ਗਿਆ। ਸਰ ਆਪਸ 'ਚ ਇੱਕ ਦੂਜੇ ਨੂੰ ਮਾਰ ਕਰਕੇ ਰਣ ਭੂਮੀ ਵਿੱਚ ਇਸ ਤਰ੍ਹਾਂ ਸਿੱਟ ਦਿੱਤੇ ਮਾਰ ਕੇ ਮਾਨੋ ਸਦਾ ਦੀ ਨੀਂਦ ਸੁੱਤੇ ਪਏ ਹਨ। ਕਟੀ ਜੰਗ ਕਾਹੂ ਖਰੇ ਜੰਗ ਮਾਹੂ। ਕਿਸੇ ਦੀ ਜੰਗਾ ਕੱਟੀ ਗਈ ਆ ਉਹ ਰਣ ਭੂਮੀ ਵਿੱਚ ਖਲੋਤੇ ਹਨ। ਕਟੇ ਕਾਹੂ ਪਾਸੇ ਸੋ ਆਤਰ ਨਿਕਾਸੈ। ਕਿਸੇ ਦਾ ਪਾਸਾ ਵੱਢਿਆ ਗਿਆ, ਆਂਦਰਾਂ ਨਿਕਲ ਗਈਆਂ। ਨੇਜੇ ਬਰਛੇ ਦੇ ਨਾਲ ਉਹਨਾਂ ਦੀਆਂ ਆਂਦਰਾਂ ਨਿਕਲ ਗਈਆਂ। ਰਿਦਾ ਕਾਹੂ ਛੇਦਾ ਪਰੇ ਪਾਏ ਖੇਦਾ। ਔਰ ਕਿਸੇ ਦਾ ਹਿਰਦਾ ਛਾਤੀ ਬਿੰਨੀ ਗਈ ਔਰ ਬਹੁਤ ਦੁੱਖ ਪਾ ਕਰਕੇ ਰਣ ਭੂਮੀ ਵਿੱਚ ਡਿੱਗੇ ਹਨ। ਕਿਸੂ ਕਾਟ ਹੱਥ ਦਿਓ ਤਰਾਸ ਡਾਠਾ। ਔਰ ਬਹੁਤ ਡਰ ਦਿੱਤਾ, ਡਰਾਵਾ ਦਿੱਤਾ ਤੁਰਕਾਂ ਨੂੰ। ਸਿੱਖਾਂ ਨੇ ਹਮਲਾ ਕਰਕੇ ਕਿਸੇ ਦੀ ਬਾਂਹ ਵੱਢੀ, ਕਿਸੇ ਦੀ ਜੰਗ ਵੱਢੀ, ਕਿਸੇ ਦਾ ਸਿਰ ਵੱਢਿਆ। ਇਸ ਤਰ੍ਹਾਂ ਸਾਰੇ ਡਰਾ ਦਿੱਤੇ। ਤੁਰਕ ਸੈਨਾ ਵਿੱਚ ਡਰ ਪੈਦਾ ਹੋ ਗਈ। ਦੋ ਧਾਰੇ ਸੋ ਜੋ ਖੰਡੇ ਸੋ ਤੀਖੇ ਪ੍ਰਚੰਡੇ। ਦੋ ਧਾਰੇ ਖੰਡੇ ਲੈ ਕਰਕੇ ਸੂਰਮੇ ਜੰਗ ਕਰ ਰਹੇ ਹਨ ਜੋ ਤਿੱਖੇ ਹਨ, ਤੇਜ ਧਾਰ ਵਾਲੇ। ਵੱਡੇ ਬਾਡ ਵਾਰੇ ਪੁਲਾਦੀ ਕਰਾਰੇ। ਬਹੁਤ ਫੌਲਾਦੀ ਲੋਹੇ ਦੇ दो तारे खंडे ले करके आपस में जंग कर रहे हैं। लगे गरीब जाहूं गिरै सीस ताहूं। जो दो धारा खंडा जेदे सिर नूं बजदा है दो टुकड़े हो जाता है। भए रुंड मुंडंग परे खंड खंडंग। टुकड़े टुकड़े हो के पुरजे पुरजे कट के डिगदे हैं और सारे ही जख्मी होकर के, कोई मर के डिगते हैं, कोई जख्मी होकर डिगदा है। कटे काहू तुंडंग लिटे सूर चुंडंग। और सूरमिया दे झुंड रण भूमि विच इस तरह लिटे हुए हैं। कईयां दे सिर वड्डे गए, किन्ना दा मूँह भन्निया गया। कई जो मार लो जदों मूँह खोलते हैं उस वेले सिख तीर मारते हैं। वो मूँह च इस तरह तीर जा बजदा है मानो खुड विच सप जाके वड़दा है। सो साध संगत जी इसे जंग जोध के प्रसंग विच कथा आउंदी है। मीरी पीरी दे मालक छेवें पातशाह जी ने जो एक तुर्क सेनापति जो हल्ला करके मार लो गुरु नूं फड़ लो मार लो
ਰੌਲਾ ਪਾਉਂਦਾ ਹੋਇਆ ਆ ਰਿਹਾ ਸੀ। ਗੁਰੂ ਸਾਹਿਬ ਜੀ ਨੇ ਕੰਨ ਤਾਈਂ ਤੀਰ ਖਿੱਚ ਕੇ ਮਾਰਿਆ। ਜਦੋਂ ਮੂੰਹ ਉਸਦਾ ਖੁੱਲਿਆ, ਉਸੇ ਵੇਲੇ ਤੀਰ ਮਾਰਿਆ। ਜਿਵੇਂ ਖੁੱਡ ਵਿੱਚ ਸਭ ਵੜਦਾ, ਇਸ ਤਰ੍ਹਾਂ ਉਹ ਤੀਰ ਵੜ ਗਿਆ। ਮੂੰਹ ਖੂਨ ਦੇ ਨਾਲ ਭਰ ਗਿਆ। ਉਹ ਪਿਛਾਂਹ ਮੁੜਿਆ ਤੇ ਕਿਸੇ ਨੇ ਹਾਸੀ ਕੀਤੀ, ਤੁਰਕਾਂ ਨੇ, ਕਿ ਖਾਨ ਜੀ ਤੁਸੀਂ ਪਾਨ ਖਾ ਰਹੇ ਹੋ? ਕਹਿੰਦੇ ਹਾਂ, ਸਿੱਖਾਂ ਦਾ ਗੁਰੂ ਪਾਨ ਵੰਡ ਰਿਹਾ, ਜਾਓ ਅੱਗੇ ਹੋ ਕੇ ਲੈ ਲਓ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਈਆਂ ਦੇ ਮੂੰਹ ਭੰਨ ਦਿੱਤੇ, ਖੁੱਲੇ ਮੂੰਹ ਵਿੱਚ ਤੀਰ ਮਾਰ ਕਰਕੇ ਆਰ ਪਾਰ ਕਰ ਦਿੱਤਾ। ਇਸ ਤਰ੍ਹਾਂ ਬੜਾ ਭਿਆਨਕ ਯੁੱਧ ਚੱਲ ਹੋ ਰਿਹਾ ਹੈ। ਪ੍ਰਚੰਡੇ ਕੁਮੰਡੇ ਕਟੇ ਬਾਹੂ ਦੰਡੇ। ਜਿਹੜੇ ਹੰਕਾਰੀ ਤੁਰਕ ਹਨ, ਬਹੁਤ ਆਪਣੀਆਂ ਭੁਜਾਵਾਂ ਤੇ ਜਿਨ੍ਹਾਂ ਨੂੰ ਕੁਮਾਨ ਹੈ, ਭਾਰੀ ਭੁਜਾਨ ਕੇ, ਜੋ ਬਹੁਤ ਵੱਡੇ ਵੱਡੇ ਸੂਰਬੀਰ ਆਪਣੇ ਆਪ ਨੂੰ ਕਹਾਉਂਦੇ ਹਨ, ਉਹ ਟੁਕੜੇ ਟੁਕੜੇ ਹੋ ਕੇ ਕੱਟ ਕੇ ਡਿੱਗੇ ਪਏ ਹਨ। ਸਰੋਹੀ ਹਲੱਬੀ ਸੁਤਰੇ ਜੁਨੱਬੀ। ਉਹ ਹਲੱਬੀ ਔਰ ਜੁਨੱਬੀ, ਜੁਨੱਬ ਹਲਬ ਦੇਸ਼ ਦੀਆਂ ਤਲਵਾਰਾਂ ਜੋ ਬਹੁਤ ਤਿੱਖੇ ਧਾਰ ਵਾਲੀਆਂ, ਉਹ ਲੈ ਕਰਕੇ ਆਪਸ 'ਚ ਜੰਗ ਕਰ ਰਹੇ ਹਨ। ਕੜਾ ਕਰ ਝਾੜੈ ਬਨੈ ਭੀਮ ਤਾੜੈ। ਬਹੁਤ ਭਿਆਨਕ ਦ੍ਰਿਸ਼ ਹੈ ਰਣ ਭੂਮੀ ਦਾ। ਕੜਾ ਕਾੜ ਗੋਲੀਆਂ ਦੀ ਆਵਾਜ਼ ਹੋ ਰਹੀ ਹੈ। ਬੜੇ ਸਿੱਖ ਕ੍ਰੋਧੇ ਮਹਾਜੰਗ ਜੋਤੇ। ਉਹ ਜੋ ਯੋਧੇ ਸੂਰਮੇ ਹਨ, ਸਿੱਖ ਸੂਰਮੇ, ਉਹ ਬੜੇ ਹੀ ਵੀਰ ਰਸ ਵਿੱਚ ਭਰ ਕਰਕੇ ਤੁਰਕਾਂ ਦਾ ਵਿਨਾਸ਼ ਕਰ ਰਹੇ ਹਨ। ਮਲੇਛਾਂ ਹੱਲਾ ਦੀ ਡੰਗ ਹੋਏ ਝੱਲਾ। ਮਲੇਛ ਜਿਹੜੇ ਤੁਰਕ ਹਨ, ਉਹ ਸਿੱਖਾਂ ਦਾ ਹੱਲਾ ਝੱਲ ਰਹੇ ਹਨ। ਧਨੀ ਮਾਰ ਮਾਚੀ ਲਹੂ ਧੂਲ ਰਾਚੀ। ਬਹੁਤ ਮਾਰ ਮਚੀ, ਲਹੂ ਧੂਰ ਦੇ ਨਾਲ ਰੱਜ ਮਿਚ ਗਈ, ਗਾਰਾ ਬਣ ਗਿਆ। ਦੋਹਰਾ ਇੱਕ ਇੱਕ ਸਿੱਖ ਗੁਰ ਸੁਪਟ ਜੇ, 10 ਤੁਰਕ ਸੰਘਾਰ। ਕਵੀ ਜੀ ਵਰਣਨ ਕਰ ਰਹੇ ਹਨ ਗੁਰੂ ਸਾਹਿਬ ਜੀ ਦਾ, ਇੱਕ ਇੱਕ ਸੂਰਮਾ 10 ਤੁਰਕਾਂ ਦਾ ਸੰਘਾਰ ਕਰ ਰਿਹਾ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਹੈ। ਗੁਰੂ ਸਾਹਿਬ ਜੀ ਆਪ ਅੰਗ ਸੰਗ ਹੋ ਕੇ ਰਣ ਭੂਮੀ ਵਿੱਚ ਸਿੱਖ ਸੂਰਮਿਆਂ ਦੀ ਸਹਾਇਤਾ ਕਰ ਰਹੇ ਹਨ। ਸਿੱਖ ਸੂਰਮੇ, ਇੱਕ ਇੱਕ ਸਿੱਖ ਸੂਰਮਾ 10 ਤੁਰਕਾਂ ਦਾ ਸੰਘਾਰ ਕਰ ਰਿਹਾ ਹੈ। ਕੋ ਸ਼ਹੀਦ ਕੋ ਜੀਤ ਭਾ, ਸਤਿਗੁਰ ਕੋ ਬਲ ਧਾਰ। ਸਾਰੇ ਸਿੱਖ ਸੂਰਮੇ ਸਤਿਗੁਰਾਂ ਦਾ ਬਲ ਧਾਰ ਕਰਕੇ ਕਈ ਸ਼ਹੀਦੀ ਪਾ ਜਾਂਦੇ ਹਨ, ਕਈ ਜਿਉਂਦੇ ਹਨ। ਉਹ ਰਣ ਭੂਮੀ ਵਿੱਚ ਸਨਮੁਖ ਹੋ ਕੇ ਲੜਦੇ ਹਨ। ਰਸਾਬਲ ਛੰਦ ਗੁਰੂ ਕੋਪ ਹੋਏ, ਪਿਖੇ ਸਤਰੂ ਢੋਏ। ਜਦੋਂ ਤੁਰਕ ਸੈਨਾ ਨੇੜੇ ਆ ਗਈ, ਟੋਲੇ ਬੰਨ ਕਰਕੇ ਗੁਰੂ ਸਾਹਿਬ ਜੀ ਨੇ ਤੁਰਕਾਂ ਵੱਲ ਦੇਖਿਆ। ਮਲੇਛੰ ਸਮੂਹਾ ਪਰੇ ਦਿਨ ਹੂਹਾ। ਔਰ ਸਾਰੇ ਮਲੇਛੀ ਸੈਨਾ ਜਦੋਂ ਆਈ ਔਰ ਹੱਲਾ ਕਰਕੇ ਗੁਰੂ ਸਾਹਿਬ ਜੀ ਦੇ ਨੇੜੇ ਜਦੋਂ ਆਈ, ਗੁਰੂ ਸਾਹਿਬ ਜੀ ਨੇ ਦੇਖਿਆ ਕਿ ਸਾਡੇ ਵੱਲ ਇਹ ਦੌੜੇ ਆ ਰਹੇ ਹਨ। ਕਰੇ ਲਾਲ ਨੈਣਾ ਲਿਓ ਬੈਨ ਪੈਨਾ। ਗੁਰੂ ਸਾਹਿਬ ਜੀ ਨੇ ਨੇਤਰ ਲਾਲ ਕਰ ਲਏ, ਪੈਨਾ ਤਿੱਖੇ ਬਾਣ ਪੱਥੇ ਚੋਂ ਕੱਢ ਲਏ। ਨਿਖੰਗਾ ਨਿਕਾਸਾ ਮੁਖੀ ਤੇ ਪ੍ਰਕਾਸ਼ਾ। ਪੱਥੇ ਚੋਂ ਤਿੱਖੇ ਤੀਰ ਕੱਢੇ, ਜਿਨ੍ਹਾਂ ਦੇ ਮੁਖੀ ਦੇ ਨਾਲ 1.25 ਤੋਲਾ ਸੋਨਾ ਜੜਿਆ ਹੁੰਦਾ ਸੀ। ਐਸੇ ਚੌੜੇ ਫਲ ਵਾਲੇ ਤਿੱਖੇ ਤੀਰ ਪੱਥੇ ਚੋਂ ਕੱਢੇ ਗੁਰੂ ਸਾਹਿਬ ਜੀ ਨੇ। ਉਤੋ ਮੋਟੇ ਕਾਨਾ ਸੋ ਪੰਖੈ ਮਹਾਨਾ। ਔਰ ਜਿਸ ਦੇ ਕਾਨੇ ਮੋਟੇ ਹਨ, ਔਰ ਜਿਸ ਦੇ ਨਾਲ ਕੰਕ ਪੰਛੀ ਦੇ ਖੰਭ ਪਿੱਛੇ ਜੜੇ ਹੋਏ ਹਨ। ਗੁਨੰਗ ਚਾਪ ਜੋਰਾ ਕਠੋਰਾ ਜੋ ਚੋਰਾ। ਜੋ ਚੌੜੇ ਫਲ ਵਾਲੇ ਤੀਰ ਹਨ, ਉਹ ਨੌਟੰਕਾ ਧਨੁਖ ਦੇ ਚਿੱਲੇ ਦੇ ਨਾਲ ਜੋੜਨਾ ਕੀਤਾ। ਕਰਿਓ ਤਨ ਤਾਨਾ ਲਗਿਓ ਪਨ ਕਾਨਾ। ਔਰ ਬਲ ਧਾਰ ਕਰਕੇ ਗੁਰੂ ਸਾਹਿਬ ਜੀ ਨੇ ਕੰਨ ਤਾਈਂ ਖਿੱਚ ਕਰਕੇ ਔਰ ਤੁਰਕਾਂ ਵੱਲ ਮਾਰਨਾ ਕੀਤਾ। ਤੀਰ ਛੱਡਿਆ, ਕਿਸੇ ਦੇ ਹੱਥ ਵਿੱਚ, ਕਿਸੇ ਦੇ ਕੰਨ ਵਿੱਚ ਤੀਰ ਵੱਜਾ। ਤੱਕਿਓ ਗੋਲ ਮਾਰਾ ਚਲਿਓ ਬੇਗ ਪਾਰਾ। ਔਰ ਜਿਸ ਵੇਲੇ ਦੇਖਿਆ ਕਿ ਤੁਰਕਾਂ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਸਾਰੇ ਤੁਰਕਾਂ ਦਾ ਸੰਘਾਰ ਕਰ ਰਹੇ ਹਨ ਔਰ ਬਹੁਤ ਛੇਤੀ ਫੁਰਤੀ ਦੇ ਨਾਲ ਤੀਰ ਛੱਡ ਰਹੇ ਹਨ। ਲਗਿਓ ਸੂਕ ਕੈਸੇ ਬਰਿਓ ਨਾਗ ਜੈਸੇ। ਗੁਰੂ ਸਾਹਿਬ ਜੀ ਦਾ ਚੱਲਿਆ ਹੋਇਆ ਤੀਰ ਸੁੰਕਦਾ ਹੋਇਆ ਇਸ ਤਰ੍ਹਾਂ ਜਾਂਦਾ ਹੈ,
ਮਾਨੋ ਨਾਗ ਖੁੱਡ ਵਿੱਚ ਵੜਦਾ ਹੈ। ਗਇਓ ਫੋਰ ਛਾਤੀ ਤਰਾ ਪੈ ਪਪਾਤੀ, ਕਿਸੇ ਦੀ ਛਾਤੀ ਫੁੱਟਦੀ ਹੈ, ਉਹ ਧਰਤੀ ਤੇ ਭਵਾਟੜੀ ਖਾ ਕੇ ਡਿੱਗਦਾ ਹੈ। ਦੁਤੀ ਜਾਏ ਭੇਦਾ ਤਿਸੈ ਅੰਗ ਛੇਦਾ, ਔਰ ਦੂਸਰੇ ਨੂੰ ਜਾ ਕਰਕੇ ਉਹ ਤੀਰ ਬਿੰਨ ਦਿੰਦਾ ਹੈ, ਛਾਤੀ ਫੁੱਟ ਜਾਂਦੀ ਹੈ, ਛਾਤੀ ਵਿੱਚ ਤੀਰ ਵੱਜਦਾ ਆਰ ਪਾਰ ਹੋ ਜਾਂਦਾ ਹੈ। ਪਰਿਓ ਭੂਮ ਜਾਈ ਧਰਤੀ ਫੇਰ ਕਾਈ, ਉਹ ਦੂਜਾ ਜਿਹੜਾ ਹੈ ਭਵਾਟੜੀ ਖਾ ਕੇ ਰਣ ਭੂਮੀ ਵਿੱਚ ਡਿੱਗਦਾ ਹੈ, ਫਿਰ ਤੀਜੇ ਨੂੰ ਜਾ ਕੇ ਉਹ ਬਾਣ ਲੱਗਦਾ ਹੈ। ਚਠੰਗ ਚੌਥ ਲਾਗੀ ਤਬੈ ਪ੍ਰਾਣ ਤਿਆਗੇ, ਔਰ ਚੌਥੇ ਸੂਰਮੇ ਨੂੰ ਤੀਜੇ ਨੂੰ ਬਿੰਨ ਕਰਕੇ ਚੌਥੇ ਨੂੰ ਜਾ ਕੇ ਤੀਰ ਵੱਜਦਾ, ਉਹ ਵੀ ਪ੍ਰਾਣ ਤਿਆਗ ਦਿੰਦਾ ਹੈ। ਉਨੰਗ ਪੰਚ ਬੀਦਾ ਗੜਿਓ ਜਾਏ ਸਿੱਧਾ, ਔਰ ਗੁਰੂ ਸਾਹਿਬ ਜੀ ਦਾ ਛੱਡਿਆ ਹੋਇਆ ਤੀਰ ਇਸ ਤਰ੍ਹਾਂ ਗੱਡਿਆ ਜਾਂਦਾ ਹੈ ਛਾਤੀ ਵਿੱਚ, ਔਰ ਪੁਨੰਗ ਪੰਚ ਬੀਦਾ ਪੰਜਵੇਂ ਨੂੰ ਜਾ ਕੇ ਬਿੰਨ ਦਿੰਦਾ ਹੈ। ਧਰਿਓ ਤੀਰ ਦੂਬਾ ਮਹਾਕੋਪ ਹੁਆ, ਫਿਰ ਦੂਜਾ ਤੀਰ ਭੱਥੇ ਚੋਂ ਕੱਢ ਕਰਕੇ ਔਰ ਬੜੇ ਵੀਰ ਰਸ ਵਿੱਚ ਆ ਕੇ ਗੁਰੂ ਸਾਹਿਬ ਜੀ ਤੀਰ ਚਲਾਉਂਦੇ ਹਨ। ਤਜੋ ਬੇਗ ਸੰਗਾ ਕਨੇ ਸਤਰੂ ਭੰਗਾ, ਸ਼ਤਰੂਆਂ ਦਾ ਵਿਨਾਸ਼ ਕਰ ਰਹੇ ਹਨ ਬੜੀ ਸ਼ੀਘਰਤਾ ਦੇ ਨਾਲ। ਇੱਕ ਤੀਰ ਦੇ ਨਾਲ ਪੰਜ ਤੁਰਕ ਮਾਰ ਕੇ ਗਿਰਾਉਂਦੇ ਹਨ। ਫਿਰ ਦੂਜਾ ਤੀਰ ਕੱਢਿਆ, ਦੂਜਾ ਤੀਰ ਵੀ ਕੰਨ ਤਾਈਂ ਖਿੱਚ ਕੇ ਛੱਡਿਆ ਹੈ। ਇਸੀ ਰੀਤ ਫੇਰੇ ਪ੍ਰਹਾਰ ਕਨੇਰੇ, ਇਸੀ ਪ੍ਰਕਾਰ ਬਾਰੰਬਾਰ ਪੱਥੇ ਚੋਂ ਤੀਰ ਕੱਢਦੇ ਹਨ, ਤਿੱਖੇ ਤੀਰ ਚਲਾ ਕਰਕੇ ਸ਼ਤਰੂਆਂ ਦਾ ਸੰਘਾਰ ਕਰ ਰਹੇ ਹਨ। ਗਿਰੇ ਖਾਨ ਪਾਣੀ ਦੀਏ ਪ੍ਰਾਨ ਹਾਨੀ, ਔਰ ਉਹਨਾਂ ਦੇ ਖਾਨ ਪਠਾਨ ਜਿਹੜੇ ਹਨ ਹੰਕਾਰੀ ਮਾਨੀ ਹੰਕਾਰੀ ਖਾਨ ਪਠਾਨ ਗਿਰਦੇ ਹਨ, ਜਿਨ੍ਹਾਂ ਨੂੰ ਤੀਰ ਵੱਜਦਾ, ਸ਼ਸਤਰ ਵੱਜਦਾ ਹੈ। ਵੱਡੇ ਵੱਡੇ ਹੰਕਾਰੀ ਖਾਨ ਪਠਾਨ ਮਰ ਕੇ ਡਿੱਗਦੇ ਹਨ। ਲਗੈ ਬਾਣ ਜਾਏ ਕਨੇ ਸਤਰੂ ਕਾਏ, ਜਿਨ੍ਹਾਂ ਨੂੰ ਬਾਣ ਜਾ ਕੇ ਲੱਗਦਾ ਹੈ, ਅਨੇਕਾਂ ਹੀ ਤੁਰਕ ਸ਼ਤਰੂ ਬੈਰੀ ਦਲ ਮਰਦਾ ਹੈ। ਭਰੇ ਜੋ ਨਿਖੰਗ ਚਲਾਏ ਖਤੰਗ, ਜੋ ਤੀਰਾਂ ਦਾ ਭੱਥਾ ਭਰਿਆ ਹੋਇਆ ਗੁਰੂ ਸਾਹਿਬ ਜੀ ਦਾ, ਔਰ ਤਿੱਖੇ ਤੀਰ ਹਨ ਭੱਥੇ ਵਿੱਚ, ਬਾਰੰਬਾਰ ਤੀਰ ਭੱਥੇ ਚੋਂ ਕੱਢ ਕੇ ਚਲਾਉਂਦੇ ਹਨ। ਏਕੰ ਦੋਏ ਤੀਨੋ ਕਰੈ ਪ੍ਰਾਨਹੀਨੋ, 1 2 3 4 5 ਦੇ ਪ੍ਰਾਣ ਹਾਨ ਕਰ ਦਿੰਦੇ ਹਨ। ਬੜੇ ਬੇਗ ਵਾਰੇ ਲਗੈ ਫੁਰ ਪਾਰੇ, ਬੜੀ ਤੇਜ਼ੀ ਦੇ ਨਾਲ ਫੁਰਤੀ ਦੇ ਨਾਲ ਉਹ ਤੀਰ ਚੱਲਦੇ ਹਨ, ਔਰ ਉਹ ਆਰ ਪਾਰ ਹੋ ਜਾਂਦਾ ਹੈ। ਤਵਾਵੈ ਤੁਰੰਗਾ ਪ੍ਰਹਾਰੈ ਖਤੰਗਾ, ਤੁਰੰਗਾ ਕੋ ਘੋੜੇ ਨੂੰ ਦੌੜਾ ਕਰਕੇ ਔਰ ਭੱਥੇ ਚੋਂ ਤੀਰ ਕੱਢ ਕੇ ਚਲਾਉਂਦੇ ਹਨ ਗੁਰੂ ਸਾਹਿਬ ਜੀ। ਚਲਾਵੈ ਤੁਫੰਗਾ ਪਟੰਗ ਅੰਗ ਭੰਗਾ, ਜਦੋਂ ਸਿੱਖ ਸੂਰਮੇ ਵੀ ਨਾਲ ਉਹ ਵੀ ਜੰਗ ਕਰ ਰਹੇ ਹਨ, ਬੰਦੂਕਾਂ 'ਚ ਗੋਲੀਆਂ ਚਲਾਉਂਦੇ ਹਨ, ਤੁਰਕ ਸੂਰਮੇ ਦੇ ਅੰਗ ਭੰਗ ਹੁੰਦੇ ਹਨ। ਵੱਡੇ ਕਾਵ ਸੰਗਾ ਲਹੂ ਲਾਲ ਰੰਗਾ, ਲਾਲ ਰੰਗ ਦਾ ਲਹੂ ਨਿਕਲਦਾ, ਜਿਨ੍ਹਾਂ ਨੂੰ ਜਾ ਕੇ ਜ਼ਖਮ ਹੁੰਦਾ ਹੈ। ਬਨਾ ਬੇਸ ਚੰਗਾ ਮਚਿਓ ਭੀਮ ਜੰਗਾ, ਬੜਾ ਭੀਮ ਭਿਆਨਕ ਜੰਗ ਮਚ ਰਿਹਾ ਹੈ, ਔਰ ਇਸ ਤਰ੍ਹਾਂ ਬੇਸ ਬਹੁਤ ਚੰਗਾ ਬੇਸ ਬਣਿਆ ਹੋਇਆ ਸੂਰਮਿਆਂ ਦਾ। ਦੋਹਰਾ ਕਹਿ ਲਗ ਬਰਨੋ ਜੁਧ ਕੋ ਭਇਓ ਮਹਾ ਘਮਸਾਨ, ਕਵੀ ਜੀ ਵਰਣਨ ਕਰ ਰਹੇ ਹਨ ਕਿੱਥੋਂ ਤੱਕ ਯੁੱਧ ਦਾ ਪ੍ਰਸੰਗ ਵਰਣਨ ਕਰੀਏ। ਬੜਾ ਭਿਆਨਕ ਜੰਗ ਮਚ ਰਿਹਾ ਹੈ। ਪ੍ਰਥਮ ਤੁਫੰਗਣ ਤੇ ਮਰੇ ਤੁਰਕਨ ਕੋ ਕ ਅਵਸਾਨ, ਤੁਰਕਾਂ ਦਾ ਹੌਸਲਾ ਪਸਤ ਹੋ ਗਿਆ, ਹਜ਼ਾਰਾਂ ਹੀ ਤੁਰਕ ਮਾਰੇ ਗਏ, ਔਰ ਗੁਰੂ ਸਾਹਿਬ ਜੀ ਸਾਰਿਆਂ ਦਾ ਅੱਜ ਸੰਘਾਰ ਹੀ ਕਰ ਦੇਣਗੇ, ਅੱਜ ਅੰਤ ਹੋਣਾ ਹੈ। ਅਬਦੁਲ ਖਾਂ ਵੀ ਇਹੀ ਸੋਚ ਕੇ ਆਇਆ ਕਿ ਅੱਜ ਜੰਗ ਦਾ ਅੰਤ ਕਰ ਦੇਣਾ ਹੈ, ਜਾਂ ਗੁਰੂ ਨੂੰ ਫੜ ਲੈਣਾ, ਜਾਂ ਮਾਰ ਦੇਣਾ, ਜਾਂ ਆਪ ਮਰ ਜਾਣਾ ਹੈ। ਸੋ ਇਸ ਤਰ੍ਹਾਂ ਬੜਾ ਭਿਆਨਕ ਦ੍ਰਿਸ਼ ਹੈ। ਕਵੀ ਜੀ ਨੇ ਜੋ ਜਿਸ ਤਰ੍ਹਾਂ ਜੰਗ ਹੋਇਆ ਹੂ ਬਹੂ ਉਸੇ ਤਰ੍ਹਾਂ ਵਰਣਨ ਕੀਤਾ ਹੈ। ਇਹ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਨੇ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਸਾਰੀ ਕਥਾ ਸੁਣਾਈ, ਜਿਨ੍ਹਾਂ ਨੇ ਅੱਖੀਂ ਦੇਖਿਆ ਸੀ, ਔਰ ਜੰਗ ਯੁੱਧ ਉਹ ਸੁਣ ਕਰਕੇ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹਨ, ਔਰ ਉਹਨਾਂ ਦੀ ਕਾਵਿ ਰਚਨਾ ਤੋਂ ਐਸੀ ਝਲਕ ਦਿਸਦੀ ਹੈ ਮਾਨੋ ਰਣ ਭੂਮੀ ਵਿੱਚ ਪ੍ਰਤੱਖ ਜੰਗ ਹੋ ਰਿਹਾ ਹੈ। ਸੋ ਇੱਕ ਸ਼ਬਦ
ਉਹਨਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਛੰਦਾਬੰਦੀ ਵਿੱਚ ਵਰਣਨ ਕੀਤਾ ਹੈ। ਕਵੀ ਜੀ ਕਹਿ ਰਹੇ ਹਨ ਕਿ ਇਤਨਾ ਭਿਆਨਕ ਜੰਗ ਮਚਿਆ, ਕਿੱਥੋਂ ਤੱਕ ਵਰਣਨ ਕਰੀਏ। ਪਾਤੜੀ ਛੰਦ ਗੁਲਕਾਨ ਮਾਰ ਮਾਰ ਕਰ ਪ੍ਰਾਨ ਹਾਨ, ਔਰ ਗੋਲੀਆਂ ਮਾਰ ਮਾਰ ਕਰਕੇ ਤੁਰਕਾਂ ਦਾ ਪ੍ਰਾਣ ਹਾਨ ਕੀਤਾ। ਰਣ ਖੇਤ ਵਿਖੈ ਸੁਪਤੇ ਮਹਾਨ, ਰਣ ਖੇਤ ਵਿੱਚ ਸੂਰਮੇ ਜਿਹੜੇ ਹਨ ਸਦਾ ਦੀ ਨੀਂਦ ਸੁੱਤੇ ਪਏ ਹਨ। ਪੁਨ ਬਾਨ ਸੰਗ ਪਾਪੀਮ ਜੰਗ, ਔਰ ਪੁਨਾ ਉਸ ਥਾਂ ਤੇ ਬੜਾ ਭਿਆਨਕ ਜੰਗ ਮਚਿਆ ਜਿੱਥੇ ਤੁਰਕ ਟੋਲੇ ਬੰਨ ਕਰਕੇ ਆਏ ਸਨ। ਇਧਰੋਂ ਸਿੱਖ ਸੂਰਮੇ ਵੀ ਆਮੋ ਸਾਹਮਣੇ ਹਨ। ਉਸ ਥਾਂ ਤੇ ਬੜਾ ਭਿਆਨਕ ਜੰਗ ਮਚਿਆ। ਤਬ ਭਏ ਤੁਰਕ ਗਨ ਪ੍ਰਾਨ ਆਪੰਗ, ਔਰ ਬਹੁਤ ਸਾਰੇ ਤੁਰਕਾਂ ਦੇ ਪ੍ਰਾਣ ਨਾਸ ਹੋਏ। ਖਰ ਸੇਲ ਸਕਤ ਤੋਮਰ ਪ੍ਰਹਾਰ, ਕੋਈ ਤੋਮਰ ਬਰਛੀ ਸੇਲੇ ਨੇਜੇ ਦਾ ਪ੍ਰਹਾਰ ਕਰ ਰਹੇ ਹਨ। ਇਨ ਸਾਤ ਕਨੇ ਰਣ ਤੁਰਕ ਮਾਰ, ਔਰ ਇਨ੍ਹਾਂ ਸ਼ਸਤਰਾਂ ਦੇ ਨਾਲ ਤੁਰਕਾਂ ਦੇ ਉੱਪਰ ਪ੍ਰਹਾਰ ਕਰਕੇ ਤੁਰਕਾਂ ਨੂੰ ਮਾਰ ਰਹੇ ਹਨ। ਪੁਨ ਚਲੇ ਖੜਕ ਇੱਕ ਬਾਰ ਬ੍ਰਿੰਦ, ਇੱਕੋ ਵਾਰੀ ਬਹੁਤ ਸਾਰੀਆਂ ਤਲਵਾਰਾਂ ਖੜਗ ਆਦਿਕ ਚੱਲੇ। ਕਟ ਗਏ ਬਹੁਤ ਛਿਨ ਮੈਂ ਨਿਕੰਦ, ਇੱਕ ਛਿਨ ਵਿੱਚ ਬਹੁਤ ਸਾਰੇ ਤੁਰਕ ਕੱਟੇ ਵੱਡੇ ਗਏ। ਰਣ ਖੇਤ ਦੂਰ ਲਗ ਭਾ ਮਹਾਨ, ਔਰ ਦੂਰ ਤੱਕ ਰਣ ਖੇਤ ਬੜਾ ਭਿਆਨਕ ਹੋ ਗਿਆ। ਜਹ ਕਰਹਿ ਜੋਗਨੀ ਸਰੋਨ ਪਾਨ, ਉਧਰ ਜੋਗਨੀਆਂ ਖੱਪਰ ਭਰ ਭਰ ਕੇ ਲਹੂ ਪੀਂਦੀਆਂ ਹਨ ਖੁਸ਼ ਹੋ ਕੇ। ਖੱਪਰ ਭਰੰਤ ਬਹੁ ਬਾਰ ਬਾਰ, ਬਾਰੰਬਾਰ ਖੱਪਰ ਭਰ ਭਰ ਕੇ ਲਹੂ ਪੀਂਦੀਆਂ ਹਨ। ਸੋ ਸਾਧ ਸੰਗਤ ਜੀ, ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਜੋਗਨੀਆਂ ਦੀ ਸਰਦਾਰਨੀ ਜੋ ਕਲਹਾ ਨਾਮ ਸੀ ਉਹ ਆਈ ਔਰ ਬੇਨਤੀ ਕਰਨ ਲੱਗੀ, ਮਹਾਰਾਜ ਮਹਾਭਾਰਤ ਦੇ ਯੁੱਧ ਤੋਂ ਬਾਅਦ ਕੋਈ ਜੰਗ ਯੁੱਧ ਨਹੀਂ ਹੋਇਆ। ਅਸੀਂ ਭੁੱਖੀਆਂ ਤਿਹਾਈਆਂ ਹਾਂ, ਕਿਰਪਾ ਕਰੋ ਸਾਨੂੰ ਸਾਡਾ ਆਹਾਰ ਦਿਓ। ਸਾਨੂੰ ਖਾਣ ਪੀਣ ਲਈ ਕੁਝ ਨਹੀਂ ਮਿਲ ਰਿਹਾ। ਛੇਵੇਂ ਪਾਤਸ਼ਾਹ ਜੀ ਨੇ ਦਿਲਾਸਾ ਦਿੱਤਾ ਕਿ ਛੇਤੀ ਜੰਗ ਯੁੱਧ ਸ਼ੁਰੂ ਹੋਣ ਵਾਲਾ ਹੈ। ਉਸ ਵੇਲੇ ਰੱਜ ਰੱਜ ਕੇ ਮਾਂਸ ਖਾਇਓ ਤੇ ਲਹੂ ਪੀਣਾ ਕਰਿਓ। ਆਸਵਾਸਨ ਦਿੱਤਾ ਸੀ। ਉਸ ਵੇਲੇ ਜੋਗਨੀਆਂ ਦੀ ਸਰਦਾਰਨੀ ਜੋ ਕਲਹਾ ਹੈ ਸਭ ਜੋਗਨੀਆਂ ਨੂੰ ਲੈ ਕੇ ਵਾਪਸ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਆਗਿਆ ਲੈ ਕੇ ਆ ਗਈਆਂ ਸਨ। ਹੁਣ ਰਣ ਯੁੱਧ ਹੋ ਰਿਹਾ ਹੈ। ਸਾਰੀਆਂ ਜੋਗਣੀਆਂ ਰਣ ਭੂਮੀ ਵਿੱਚ ਆ ਗਈਆਂ। ਖੱਪਰ ਭਰ ਭਰ ਕੇ ਬਾਰੰਬਾਰ ਲਹੂ ਪੀ ਰਹੀਆਂ ਹਨ। ਹਵੈ ਤ੍ਰਿਪਤ ਬੋਲੇ ਤੀ ਡਕਾਰ, ਔਰ ਲਹੂ ਪੀ ਕਰਕੇ ਡਕਾਰ ਲੈਂਦੀਆਂ ਹਨ। ਬਹੁ ਗ੍ਰਿਜ ਕੰਕ ਬਾਇਸ ਪੁਕਾਰ, ਔਰ ਮਾंसाहारी ਪੰਛੀ ਵੀ ਕੰਕ ਔਰ ਚਿੱਟੀ ਕਾਂ ਇਹ ਸਾਰੇ ਹੀ ਕੰਕ ਆਦਿਕ ਇਹ ਸਾਰੇ ਆ ਕੇ ਮਾंस ਖਾਂਦੇ ਹਨ। ਮਨ ਭਾਏ ਖਾਏ ਆਮਿਕ ਆਹਾਰ, ਔਰ ਚਿੱਟੀਆਂ ਚੀਲਾਂ ਵੀ ਆ ਕਰਕੇ ਮਾंस ਖਾਂਦੀਆਂ ਹਨ। ਸਾਰੇ ਮਾंसाहारी ਪੰਛੀ ਮਾंस ਖਾ ਕੇ ਰੱਜ ਰਹੇ ਹਨ। ਗਨ ਮਿਲੇ ਆਨ ਨਿਰਭੈ ਗੁਮਾਏ, ਔਰ ਗਿੱਦੜੀਆਂ ਵੀ ਗੁਮਾਏ ਨਾਮ ਗਿੱਦੜੀਆਂ ਨਿਰਭੈ ਹੋ ਕੇ ਰਣ ਭੂਮੀ ਵਿੱਚ ਆ ਕੇ ਮਾंस ਖਾਂਦੀਆਂ ਹਨ। ਲਖ ਸਾਂਝ ਬੋਲਤੇ ਧੁਨ ਉਚਾਏ, ਔਰ ਸ਼ਾਮ ਦਾ ਹਨੇਰਾ ਹੋਣ ਕਰਕੇ ਉੱਚੀ ਆਵਾਜ਼ ਵਿੱਚ ਪੁਕਾਰਾਂ ਕਰਦੀਆਂ ਹਨ। ਬਹੁ ਭੂਤ ਪ੍ਰੇਤ ਨਾਚੰਤ ਗਾਏ, ਬਹੁਤ ਸਾਰੇ ਭੂਤ ਪ੍ਰੇਤ ਜਿਹੜੇ ਹਨ ਨੱਚਦੇ ਗਾਉਂਦੇ ਹਨ। ਹੜ ਹੜ ਹਸੰਤ ਮਨ ਭਾਏ ਪਾਏ, ਮਨ ਭਾਉਂਦਾ ਮਾंस ਪਾ ਕਰਕੇ ਹੜ ਹੜ ਹੱਸਦੇ ਹਨ, ਨੱਚਦੇ ਹਨ, ਗਾਉਂਦੇ ਹਨ। ਡਾਕਨ ਪਿਸਾਚ ਬਹੁ ਰੁਦਰ ਰਾਚ, ਡਾਕਣੀਆਂ ਪਿਸਾਚਨੀਆਂ ਬਹੁਤ ਖੱਪਰ ਭਰ ਭਰ ਕੇ ਜੋਗਨੀਆਂ ਲਹੂ ਪੀਂਦੀਆਂ ਹਨ। ਬਹੁ ਮਾਸ ਖਾਤ ਰੁਚ ਮਾਛ ਮਾਛ, ਬਹੁਤ ਖੁਸ਼ ਹੋ ਕਰਕੇ ਉਤਸ਼ਾਹ ਦੇ ਨਾਲ ਔਰ ਯੋਧੇ ਸੂਰਮਿਆਂ ਦੀ ਲੋਥਾਂ ਨੂੰ ਉਹਨਾਂ ਦੇ ਮਾंस ਖਾਂਦੀਆਂ ਹਨ। ਬਿਥਰੇ ਸੋ ਪਰੇ ਬਹੁ ਰੰਡ ਮੁੰਡ, ਔਰ ਰਣ ਭੂਮੀ ਵਿੱਚ ਸਿਰ ਧਰ ਰੁਲ ਰਹੇ ਹਨ। ਕਿਸੇ ਦੀ ਦੇਹ ਰੁਲ ਰਹੀ ਹੈ, ਕਿਸੇ ਦੀ ਬਾਂਹ ਵੱਡੀ ਹੋਈ, ਕਿਸੇ ਦੇ ਪੈਰ ਵੱਡੇ ਹੋਏ। ਰਣ ਵਿੱਚ ਲੋਥਾਂ ਦੇ ਢੇਰ ਲੱਗੇ ਹੋਏ ਹਨ।
ਸਾਰੇ ਅੰਗ ਕੱਟੇ ਹੋਏ ਖਿਲਰੇ ਪਏ ਹਨ। ਇੱਕ ਗਿਰੇ ਸੂਰ ਤਨ ਖੰਡ ਖੰਡ, ਇੱਕ ਸੂਰਮੇ ਜਿਹੜੇ ਹਨ ਟੁਕੜੇ ਟੁਕੜੇ ਪੁਰਜੇ ਪੁਰਜੇ ਕੱਟ ਕੇ ਡਿੱਗ ਪਏ ਹਨ। ਗਣ ਤੁਪਕ ਤਨੁਖ ਤੋਮਰ ਕਿਰਪਾਨ, ਫਿਰ ਤੋਮਰ ਕਿਰਪਾਨ ਖੜਗ ਆਦਿਕ शस्त्र ले करके एक दूजे के ऊपर प्रहार करते हैं। ओ परे खेत में मुल महान, और जिन्ना शस्त्रां दे नाल जंग करते सन, जदों सूरबीर मारे गए उन्हां दियां किरपानां खड़ग बरछियां तोमर आदि जो बहुत कीमती सन, वो कीमती शस्त्र रणभूमि विच डिगे पे हैं, वो आप मरे पे हैं। कईयां दे हत्थ विच किरपान फड़ी हुई है, वो डिगे पे हैं मर के। और शस्त्र भी बहुत सारे खिलरे हैं, जिथे लोथां हैं खिलरियां हुई, अंग खिलरे हुए हैं, उत्थे शस्त्र भी खिलरे हुए हैं। मर गए वीर जे धरनहार, जो शस्त्रां दे धरनहार सन, फड़न वाले चलाउण वाले, वो वीर हुण नहीं रहे, शस्त्र चलाउण जोगे नहीं रहे। वो शस्त्र हथ विच फड़े हुए रणभूमि विच डिगे पे हैं। कुछ रहे आन थोड़े जुझार, थोड़े जो जुझारू सूरमे बचे, बाकी सारे मारे गए। है मरे परे जह कह बिलंद, जिथे किथे बड़े बड़े चंचल बली घोड़े मरे पे हैं। को तरफ तरफ हो वत निकंद, कई तड़प तड़प के प्राण त्यागते हैं, कई तो हाय हाय पुकारते हैं, तड़प रहे हैं जख्म खा करके। इस तरह बहुत ही दुखदाई हाल है तुर्कां दा। जिन जीन रजत अर हेम केर, जिन्हां दे घोड़ियां ते सोने चांदी दियां काठियां सन, और बहुत सारे सोने चांदी दे गहणियां दे नाल घोड़े सिंगारे हुए सन। को विचरत छूछे हेर हेर, ओ घोड़े खाली अपने घुड़सवार तो बिना खाली दौड़ते फिरते हैं। घोड़े रणभूमि दौड़ते हैं, सारियां दे लोथां नूं दड़दे हुए, और घोड़े भज्जे फिरते हैं। वट परे कितक कायल महान, बहुत सारे सूरमे जख्मी होकर के रणभूमि में डिगे पे हैं। दरड़ंत सबिन दे प्राण हान, और कई तो जड़े सहक रहे हैं घोड़े, उन्होंने दड़दे हुए लंघते हैं, उन्हों दे प्राण निकल जाते हैं। किसकी संभार नह कोए लेत, उन्होंने मरे होया दी सार संभाल करन वाला कोई नहीं। लोथां पईयां पर उन्हां लोथां दी सार संभाल करन वाला कोई नहीं। वो मरे अल्प रह गए जो खेत, बहुत सारे मारे गए जड़े जिउंदे बचे थोड़े रण खेत विच। तिस काल मार की कुछ ऐस, तिस काल मार भी कुछ ऐस, उस समय कुछ इस तरह वो भी मारे गए, कई जड़े जिउंदे सन वो भी मारे गए। मर गए तुरक लखियत न कैस, और इन्हां नूं पता ही नहीं लग्या, खास करके अब्दुल खां सूबे नूं कि इन्नी सेना किवें मर गई। सारे सोच रहे हैं, तुर्क भी सोच रहे हैं कि इन्नी छेती इन्नी सारी सेना, जो 15,000 मुगल सेना चढ़ के आई सी, हज़ारां की गिणती विच सारे तुर्क मारे गए, थोड़े जे बचे हैं। ये बड़ा अफसोस कर रहा है अब्दुल खां सूबा कि इन्हां दोहां खत्रियां ने सानू मरवा दिता, करमचंद ते रतन चंद ने। सो विश्वास नहीं हो रहा कि गुरु साहिब जी अते उन्हां दी सेना ने, सिख फौजां ने साड़ी तुर्क सेना मार दिती। कुछ रहे शेष तज जीवन आस, जड़े कुछ बाकी रहे जिन्हां नूं जिउण दी आस सी, अजे आस नहीं छड्डी है, वो बचे हुए जिउंदे हन। कायर भुजंत धर अधिक त्रास, जड़े कायर बुजदिल सन वो डर धार करके पिछां नूं भज गए। जड़े सूरबीर सन वो नहीं भजे, उन्हां नूं अजे भी आस है, जां असी मरांगे जां मारांगे, जां असी जितांगे जां हारांगे। जित हार
ਇਹ ਤਾਂ ਸੁਭਾਵਿਕ ਹੈ। ਰਣ ਭੂਮੀ ਵਿੱਚ ਕੋਈ ਜਿੱਤਦਾ ਕੋਈ ਹਾਰਦਾ ਹੈ। ਜਿਨ੍ਹਾਂ ਨੂੰ ਜਿਉਣ ਦੀ ਆਸ ਹੈ ਵਿਕ ਅਬਦੁਲ ਖਾਂ ਬਿਸਮਿਓ ਵਿਸ਼ੇਸ਼। ਵਿਸ਼ੇਸ਼ ਕਰਕੇ ਅਬਦੁਲ ਖਾਂ ਸੂਬਾ ਬੜਾ ਹੈਰਾਨ ਹੋਇਆ। ਕਿਵ ਮਰੀ ਸੈਨ ਰਹਿ ਅਲਪ ਸ਼ੇਸ਼। ਕਿਵੇਂ ਸਾਡੀ ਇੰਨੀ ਸੈਨਾ ਮਾਰੀ ਗਈ, ਹੁਣ ਥੋੜੀ ਜੀ ਬਚੀ ਹੈ। ਰਣ ਵਿਖੈ ਜੀਤ ਅਰ ਜੀਨ ਆਸ। ਰਣ ਭੂਮੀ ਵਿੱਚ ਜਿੱਤ ਦੀ ਆਸ ਲੈ ਕੇ ਤੇ ਜਿਉਣ ਦੀ ਆਸ ਲੈ ਕੇ ਖੜਾ ਹੈ। ਹੋਏ ਗੋ ਨਿਰਾਸ ਪਿਕ ਸਕਲ ਨਾਸ। ਜੋ ਰਣ ਜਿੱਤਣ ਦੀ ਤੇ ਜਿਉਣ ਦੀ ਆਸ ਸੀ, ਉਹ ਆਸ ਤੋਂ ਨਿਰਾਸ਼ ਹੋ ਗਿਆ। ਹੁਣ ਉਮੀਦ ਛੱਡ ਦਿੱਤੀ ਕਿ ਹੁਣ ਬਚ ਨਹੀਂ ਸਕਦੇ। ਹੁਣ ਇੰਨੀ ਸਾਰੀ ਸੈਨਾ ਮਾਰੀ ਗਈ, ਵੱਡਾ ਪੁੱਤਰ ਮਾਰਿਆ ਗਿਆ, ਹੁਣ ਕੋਈ ਨਹੀਂ ਬਚੇਗਾ। ਜਿਉਣ ਦੀ ਆਸ ਤੋਂ ਵੀ ਨਿਰਾਸ਼ ਹੋ ਗਿਆ। ਅਬ ਮਰੋ ਜੰਗ ਕੇ ਸਮੁਖ ਹੋਏ। ਹੁਣ ਰਣ ਭੂਮੀ ਵਿੱਚ ਜਾ ਕਰਕੇ ਗੁਰੂ ਦੇ ਸਨਮੁਖ ਹੋ ਕੇ ਜੰਗ ਕਰਦਾ ਹੋਇਆ ਮਰਾਂਗਾ। ਕਹਿ ਤੋਂ ਗੁਰੂ ਨੇ ਦ੍ਰਿਸ਼ਟ ਜੋਏ। ਜਾਂ ਗੁਰੂ ਸਾਹਿਬ ਜੀ ਨੂੰ ਦੇਖ ਕੇ ਅੱਖਾਂ ਦੇ ਨਾਲ ਇਹ ਸੁਣਿਆ ਕਿ ਬੜੇ ਵੀਰ ਬਹਾਦਰ ਹਨ, ਔਰ ਜਿਨ੍ਹਾਂ ਨੇ ਹਜ਼ਾਰਾਂ ਹੀ ਤੁਰਕ ਸੈਨਾ ਮਾਰ ਗਿਰਾਈ ਹੈ। ਜਾ ਕੇ ਦੇਖਾਂ ਕਿ ਕਿਸ ਤਰ੍ਹਾਂ ਤੀਰ ਚਲਾਉਂਦੇ ਹਨ, ਕਿਸ ਤਰ੍ਹਾਂ ਮਾਰਦੇ ਹਨ। ਮੈਂ ਹੁਣ ਸਨਮੁਖ ਜਾ ਕੇ ਲੜ ਕੇ ਮਰਾਂਗਾ। ਨਹ ਥਿਰੋ ਦੂਰ ਅਬ ਲਿਓ ਦੇਖ। ਹੁਣ ਦੂਰ ਪਿੱਛੇ ਖੜਾ ਨਹੀਂ ਰਹਿ ਸਕਦਾ। ਹੁਣ ਨੇੜੇ ਹੋ ਕਰਕੇ ਗੁਰੂ ਸਾਹਿਬ ਜੀ ਨੂੰ ਮੈਂ ਦੇਖਣਾ ਚਾਹੁੰਦਾ ਹਾਂ, ਉਹਨਾਂ ਦਾ ਬਲ ਪਰਾਕਰਮ ਦੇਖਣਾ ਚਾਹੁੰਦਾ ਹਾਂ। ਕਿਮ ਹਤੈ ਸ਼ਸਤਰ ਗੁਰ ਭਾਵਿਸ਼ੇਖ। ਔਰ ਕਿਸ ਤਰ੍ਹਾਂ ਉਹ ਵਿਸ਼ੇਸ਼ ਤੌਰ ਤੇ ਉਹ ਗੋਲੀਆਂ ਦੀ ਵਰਖਾ ਕਰਦੇ ਹਨ, ਤੀਰਾਂ ਦੀ ਵਰਖਾ ਕਰਦੇ ਹਨ, ਕਿਸ ਤਰ੍ਹਾਂ ਅਸਤਰ ਸ਼ਸਤਰ ਚਲਾਉਂਦੇ ਹਨ, ਉਹ ਮੈਂ ਨੇੜੇ ਹੋ ਕਰਕੇ ਦੇਖਣਾ ਚਾਹੁੰਦਾ ਹਾਂ। ਤਹ ਸੰਗ ਜੁਟੋ ਮੈਂ ਆਪ ਜਾਏ। ਮੈਂ ਆਪ ਜਾ ਕਰਕੇ ਹੁਣ ਸਨਮੁਖ ਦੋ ਹੱਥ ਕਰਾਂਗਾ। ਪਹਿਲਾਂ ਤਾਂ ਵੰਗਾਰਦਾ ਰਿਹਾ ਸੈਨਾਪਤੀਆਂ ਨੂੰ। ਜਦੋਂ ਵੱਡਾ ਪੁੱਤਰ ਮਾਰਿਆ ਗਿਆ ਤੇ ਛੋਟਾ ਪੁੱਤਰ ਕਰੀਮ ਬਖਸ਼ ਉਹ ਆਗਿਆ ਲੈ ਕਰਕੇ ਪਿਤਾ ਪਾਸੋਂ ਜਦੋਂ ਆਇਆ ਤੇ ਇਹ ਅਫਸੋਸ ਕਰਨ ਲੱਗਿਆ। ਰਤਨ ਚੰਦ ਤੇ ਕਰਮ ਚੰਦ ਨੂੰ ਭੇਜਿਆ ਕਿ ਜਾ ਕੇ ਮੇਰੇ ਪੁੱਤਰ ਦੀ ਰੱਖਿਆ ਕਰੋ, ਆਸ-ਪਾਸ ਰਹਿਣਾ, ਸਾਥ ਛੱਡ ਕੇ ਨਹੀਂ ਆਉਣਾ, ਉਸ ਨੂੰ ਰੋਕੋ ਜਾ ਕੇ। ਜਦੋਂ ਕਰੀਮ ਬਖਸ਼ ਆਗਿਆ ਲੈ ਕੇ ਚੱਲਿਆ ਰਣ ਭੂਮੀ ਵਿੱਚ ਤਾਂ ਅਬਦੁਲ ਖਾਂ ਸੂਬਾ ਸੋਚਦਾ ਹੈ ਕਿ ਅੱਜ ਮੇਰੀ ਬੰਸ ਗਈ, ਸਾਡੇ ਕੁਲ ਦਾ ਹੁਣ ਵਿਨਾਸ਼ ਹੋਣ ਵਾਲਾ ਹੈ। ਇਉਂ ਜਾਪਦਾ ਹੈ ਵੱਡਾ ਤਾਂ ਪਹਿਲਾਂ ਹੀ ਮਾਰਿਆ ਗਿਆ, ਉਹ ਛੋਟਾ ਵੀ ਮਰੇਗਾ, ਜਗਤ ਤੋਂ ਸੰਸਾਰ ਤੋਂ ਸਾਡਾ ਨਾਮੋ ਨਿਸ਼ਾਨ ਮਿਟ ਜਾਏਗਾ। ਗੁਰਬਾਣੀ ਵਿੱਚ ਵੀ ਫਰਮਾਨ ਹੈ, ਮਿਟੇ ਨਾਮੀਆਂ ਕੇ ਨਿਸ਼ਾਨ ਐਸੇ ਐਸੇ। ਜਿਹੜੇ ਨਾਮੀ ਗ੍ਰਾਮੀ ਕਹਾਉਂਦੇ ਸਨ, ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਉਹ ਖੇ ਹੁੰਦੇ ਦੇਖੇ। ਜਿਹੜੇ 5000 10,000 20,000 ਖਾਨ ਪਠਾਨ ਕਹਾਉਂਦੇ ਸਨ, ਉਹ ਸਾਰੇ ਇਸ ਦੁਨੀਆ ਤੋਂ ਵਿਦਾ ਹੋ ਗਏ, ਉਹਨਾਂ ਦੇ ਨਾਮੋ ਨਿਸ਼ਾਨ ਨਹੀਂ ਰਹੇ। ਕਲਗੀਧਰ ਦਸਮੇਸ਼ ਪਿਤਾ ਜੀ ਦਸਮ ਗ੍ਰੰਥ ਸਾਹਿਬ ਵਿੱਚ ਵਰਣਨ ਕਰਦੇ ਹਨ कि जोगी जति ब्रह्मचारी बड़े बड़े छत्रधारी, छत्र ही की छाया कई कोस लव चलत हैं। बड़े बड़े राजन के दावत फिरत देश, बड़े बड़े राजन के द्रव को दलत हैं। मान से महीप दलीप के से छत्रधारी, बड़ो अभिमान भुज दंड को करत हैं। दारा से दिलीसर दुर्योधन से मानधारी, भोग भोग भूम अंध भूम में मिलत हैं। बड़े बड़े चक्रवर्ती सम्राट इस दुनिया ते आए और जिन्हों ने सारे संसार के ऊपर दिग्विजय प्राप्त किया, वो भी नहीं रहे, वो भी दुनिया तो विदा हो गए, उन्होंने नामो निशान नहीं रहे। सो ये अब्दुल खां सूबा की चीज़ है। अब्दुल खां सूबा गुरु साहिब जी के सन्मुख
ਹੋ ਕੇ ਜੰਗ ਕਰਨਾ ਚਾਹੁੰਦਾ ਹੈ। ਮੋਲਰੇ ਬਿਨਾ ਨਹਿ ਕੋ ਉਪਾਏ, ਸੋਚਦਾ ਮੇਰੇ ਲੜੇ ਤੋਂ ਬਿਨਾ ਹੋਰ ਕੋਈ ਉਪਾਅ ਨਹੀਂ, ਕਿਉਂਕਿ ਮੁਖੀ ਸੈਨਾਪਤੀ ਸਾਡੇ ਸਾਰੇ ਮਾਰੇ ਗਏ। ਹੁਣ ਕੋਈ ਮੁਖੀ ਸੈਨਾਪਤੀ ਬਚਿਆ ਨਹੀਂ, ਹੁਣ ਆਪ ਜਾ ਕੇ ਜੰਗ ਕਰਨਾ ਹੈ। ਜੰਗ ਕੀਤੇ ਬਗੈਰ ਹੋਰ ਕੋਈ ਉਪਾਅ ਨਹੀਂ ਹੈ। ਗੁਰ ਹਾਥੀ ਸਾਥ ਮਰਹੁ ਲਰੰਤ, ਗੁਰਾਂ ਦੇ ਹੱਥੀ ਮੈਂ ਮਰਾਂਗਾ ਲੜਦਾ ਹੋਇਆ। ਸੋ ਸਾਧ ਸੰਗਤ ਜੀ, ਗੁਰਾਂ ਦੇ ਹੱਥੀ ਜੋ ਵੀ ਮਾਰਿਆ ਜਾਂਦਾ ਹੈ ਉਹ ਮੁਕਤ ਹੋ ਜਾਂਦਾ ਹੈ, ਭਾਵੇਂ ਮਨੁੱਖ ਹੋਵੇ ਭਾਵੇਂ ਪਸ਼ੂ ਪੰਛੀ ਹੋਵੇ। ਸ਼ਿਕਾਰ ਦੇ ਬਹਾਨੇ ਕਈਆਂ ਦਾ ਉਧਾਰ ਕੀਤਾ ਛੇਵੇਂ ਪਾਤਸ਼ਾਹ ਜੀ ਨੇ। ਜੋ ਗੁਰੂ ਸਾਹਿਬ ਜੀ ਦੇ ਹਸਤ ਕਮਲਾਂ ਦੇ ਨਾਲ ਮਾਰਿਆ ਗਿਆ ਉਹ ਸਿੱਧੇ ਬੈਕੁੰਠ ਸੱਚਖੰਡ ਗਿਆ, ਉਹਦਾ ਜਨਮ ਮਰਨ ਕੱਟਿਆ ਗਿਆ। ਸੋ ਇਸ ਤਰ੍ਹਾਂ ਇਹ ਵੀ ਵਿਚਾਰਦਾ ਹੈ ਕਿ ਗੁਰਾਂ ਦੇ ਹੱਥੀਂ ਮੈਂ ਮਰਾਂਗਾ ਜੰਗ ਕਰਦਾ ਹੋਇਆ। ਕਹਿ ਲਿਓ ਮਾਰ ਰਣ ਹੋਏ ਅੰਤ, ਜਾਂ ਫਿਰ ਆਪਣਾ ਬਲ ਪਰਾਕਰਮ ਦਿਖਾ ਕੇ ਗੁਰੂ ਨੂੰ ਮਾਰ ਲਵਾਂਗਾ, ਜੰਗ ਦਾ ਅੰਤ ਹੋ ਜਾਵੇਗਾ। ਇਹ ਬਿਦ ਵਿਚਾਰ ਮਨ ਕਸ਼ਟ ਪਾਏ, ਇਸ ਪ੍ਰਕਾਰ ਮਨ ਵਿੱਚ ਵਿਚਾਰ ਕਰਕੇ ਬਹੁਤਾ ਹੀ ਕਸ਼ਟ ਪਾ ਕੇ ਦੁੱਖ ਪਾ ਕੇ ਹਿਤ ਮਰਨ ਚਲਿਓ ਸੂਬਾ ਅਗਾਏ। ਸੂਬਾ ਅਬਦੁਲ ਖਾਂ ਮਰਨ ਵਾਸਤੇ ਕਾਲ ਦਾ ਪ੍ਰੇਰਿਆ ਹੋਇਆ ਜਾ ਰਿਹਾ ਹੈ। ਜਿਸ ਦੀ ਮੌਤ ਨੇੜੇ ਆਉਂਦੀ ਹੈ, ਜਿਹਦਾ ਸਮਾਂ ਪੂਰਾ ਹੋ ਜਾਂਦਾ ਹੈ, ਉਹ ਕਾਲ ਦਾ ਪ੍ਰੇਰਿਆ ਹੋਇਆ ਆਪ ਹੀ ਉਹ ਮਰਨ ਵਾਸਤੇ ਚਲਾ ਜਾਂਦਾ ਹੈ। ਜਿਵੇਂ ਕੋਈ ਅੰਨਾ ਆਦਮੀ ਚੱਲਦਾ ਹੋਇਆ ਅਜਗਰ ਮੂੰਹ ਦੇ ਸੱਪ ਵਿੱਚ ਵੜ ਜਾਂਦਾ ਹੈ, ਇਸੇ ਤਰ੍ਹਾਂ ਕਾਲ ਦਾ ਪ੍ਰੇਰਿਆ ਹੋਇਆ ਅਬਦੁਲ ਖਾਂ ਮਰਨ ਵਾਸਤੇ ਜਾ ਰਿਹਾ ਹੈ। ਜੁਗ ਸੰਗ ਲੀਨ ਖਤਰੀ ਬਿਲੰਦ, ਅਬਦੁਲ ਖਾਂ ਸੂਬੇ ਨੇ ਦੋਨਾਂ ਖੱਤਰੀਆਂ ਨੂੰ ਆਪਣੇ ਨਾਲ ਲਿਆ। ਇੱਕ ਕਰਮ ਚੰਦ ਅਰ ਰਤਨ ਚੰਦ, ਇੱਕ ਹਿਰੜ ਭਗਵਾਨ ਦਾ ਪੁੱਤਰ ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮ ਚੰਦ, ਦੋਨਾਂ ਖੱਤਰੀਆਂ ਨੂੰ ਸੂਬੇ ਨੇ ਆਪਣੇ ਨਾਲ ਖੜਿਆ। ਕਰ ਬਾਮ ਦਾਹਨੇ ਚੂਹਨ ਵੀਰ, ਦੋਹਾਂ ਵੀਰਾਂ ਨੂੰ ਖੱਬੇ ਸੱਜੇ ਕਰਕੇ ਔਰ ਰਣ ਭੂਮੀ ਵਿੱਚ ਅੱਗੇ ਚੱਲਿਆ। ਗੁਰ ਸਮੁਖ ਚਲਿਓ ਹਵੈ ਕੈ ਅਪੀਰ, ਅਪੀਰ ਡਰ ਤੋਂ ਰਹਿਤ ਹੋ ਕਰਕੇ ਨਿਰਭੈ ਹੋ ਕਰਕੇ ਉਹ ਗੁਰੂ ਸਾਹਿਬ ਜੀ ਦੇ ਸਨਮੁਖ ਅਬਦੁਲ ਖਾਂ ਸੂਬਾ ਚੱਲਿਆ। ਵਿਧੀ ਆਦ ਸਿੱਖ ਜੇ ਲਰਤ ਔਰ, ਭਾਈ ਬਿਧੀ ਚੰਦ ਜੀ ਦੇ ਨਾਲ ਹੋਰ ਸਿੱਖ ਸੂਰਮੇ ਤੁਰਕਾਂ ਦੇ ਨਾਲ ਜੰਗ ਕਰ ਰਹੇ ਸਨ। ਤਜ ਸੁਬਟ ਤੁਰਕ ਤਿਨ ਸੰਗ ਠੋਰ, ਉਹਨਾਂ ਸਿੱਖ ਸੂਰਮਿਆਂ ਤੇ ਤੁਰਕ ਸੂਰਮਿਆਂ ਨੂੰ ਨਜ਼ਰ ਅੰਦਾਜ਼ ਕਰਕੇ ਦੇਖ ਤਾਂ ਲਿਆ ਕਿ ਜੰਗ ਯੁੱਧ ਹੋ ਰਿਹਾ ਸਿੱਖਾਂ ਦਾ ਤੇ ਸਾਡੇ ਤੁਰਕਾਂ ਦਾ। ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਅੱਗੇ ਵੱਧ ਗਿਆ। ਤਹ ਤੇ ਸੁਟਰਿਓ ਗੁਰ ਜਾਹੇ ਥਾਨ, ਜਿਸ ਸਥਾਨ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੁਸਤੈਦ ਹੋ ਕੇ ਸਾਵਧਾਨ ਖੜੇ ਸਨ, ਅਸਤਰ ਸ਼ਸਤਰ ਲੈ ਕਰਕੇ, ਇਹ ਅਬਦੁਲ ਖਾਂ ਸੂਬਾ ਉੱਥੇ ਜਾ ਪਹੁੰਚਿਆ। ਪਹੁੰਚੋ ਨਵਾਬ ਤੈ ਤੁਰਤ ਆਨ, ਛੇਤੀ ਹੀ ਆ ਕਰਕੇ ਗੁਰੂ ਸਾਹਿਬ ਜੀ ਦੇ ਸਨਮੁਖ ਪਹੁੰਚਿਆ। ਬੋਰੀ ਦੇ ਧਾਰ ਗੁਰ ਪਿਖਨ ਚਾਹੇ, ਔਰ ਹਿਰਦੇ ਵਿੱਚ ਉਮੰਗ ਧਾਰ ਕਰਕੇ ਉਤਸ਼ਾਹ ਧਾਰ ਕੇ ਗੁਰੂ ਸਾਹਿਬ ਜੀ ਨੂੰ ਦੇਖਣਾ ਚਾਹੁੰਦਾ ਹੈ। ਮਰ ਰਹੋ ਕੇ ਮਾਰੋ ਜੰਗ ਮਾਹੇ, ਰਣ ਭੂਮੀ ਵਿੱਚ ਜਾਂ ਮਰਾਂਗਾ ਜਾਂ ਮਾਰਾਂਗਾ, ਹੁਣ ਆਰ ਪਾਰ ਦੀ ਲੜਾਈ ਹੋਵੇਗੀ। ਇਸਨੇ ਸੋਚ ਲਿਆ, ਪ੍ਰਣ ਕਰ ਲਿਆ, ਜਾਂ ਮਾਰਾਂਗਾ ਜਾਂ ਮਰਾਂਗਾ। ਨਿਜ ਬਲ ਦਿਖਾਏ ਤਹ ਦੇਖ ਲਿਓ, ਔਰ ਆਪਣਾ ਬਲ ਦਿਖਾਵਾਂਗਾ ਔਰ ਉਹਨਾਂ ਦਾ ਵੀ ਬਲ ਦੇਖਾਂਗਾ। ਗੁਰੂ ਸਾਹਿਬ ਜੀ ਦਾ ਬਲ ਦੇਖਾਂਗਾ ਤੇ ਆਪਣਾ ਬਲ ਦਿਖਾਵਾਂਗਾ। ਕਰ ਹੋ ਨਵੇਰ ਗੁਰ ਮਾਰ ਦਿਓ, ਔਰ ਮੈਂ ਦੇਰੀ ਨਹੀਂ ਕਰਾਂਗਾ। ਹੁਣ ਮੈਂ ਸਨਮੁਖ ਆ ਗਿਆ, ਜਾਂ ਮਰਾਂਗਾ ਜਾਂ ਮਾਰਾਂਗਾ, ਇਹ ਹੁਣ ਪੱਕਾ ਨਿਸ਼ਚਾ ਕਰ ਲਿਆ ਹੈ। ਦੋਹਰਾ ਇਸ ਵਿਦ ਡਟ ਕਰ ਆਏਗੋ, ਜਹ ਤਿਥ ਗੁਰ ਭਗਵਾਨ। ਜਿੱਥੇ ਗੁਰੂ ਭਗਵਾਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖਲੋਤੇ ਸਨ, ਇਸ ਪ੍ਰਕਾਰ ਨਿਸ਼ਚਾ ਧਾਰ ਕਰਕੇ ਅਬਦੁਲ ਖਾਂ ਸੂਬਾ ਆ ਗਿਆ। ਵਿਕਨ ਪਰਸ ਪਰ ਹੋਤੀ ਪਾ,
ਲਰਬੇ ਚੋਪ ਮਹਾਨ। ਬਹੁਤ ਚੌਂਪ ਉਤਸ਼ਾਹ ਧਾਰ ਕਰਕੇ ਲੜਨ ਵਾਸਤੇ ਆਇਆ ਹੈ ਔਰ ਵਿਖਣ ਪਰਸਪਰ ਔਰ ਇੱਕ ਦੂਜੇ ਨੂੰ ਦੇਖਣ ਵਾਸਤੇ, ਗੁਰੂ ਸਾਹਿਬ ਜੀ ਦਾ ਬਲ ਦੇਖਣ ਵਾਸਤੇ, ਆਪਣਾ ਬਲ ਦਿਖਾਉਣ ਵਾਸਤੇ ਗੁਰੂ ਸਾਹਿਬ ਜੀ ਦੇ ਸਨਮੁਖ ਆ ਗਿਆ ਹੈ। ਸੋ ਸਾਧ ਸੰਗਤ ਜੀ, ਇੱਥੇ ਇਤਿਹਾਸ ਸੰਪੂਰਨ ਹੋਇਆ। ਸੋ ਆਓ 2 ਮਿੰਟ ਵਾਹਿਗੁਰੂ ਗੁਰਮੰਤਰ ਦੀ ਹਾਜ਼ਰੀ ਲਾ ਕੇ ਉਪਰੰਤ ਸਮਾਪਤੀ ਕਰਾਂਗੇ। ਕੋਈ ਰਸਨਾ ਖਾਲੀ ਨਾ ਰਹੇ, ਸਾਰੇ ਹੀ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ। ਵਾਹਿਗੁਰੂ 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 ਵਾਹਿਗੁਰੂ। ਹਰ ਹਰ ਨਾਮ ਜਪੰਤਿਆਂ ਕਛ ਨ ਕਹਿ ਜਮਕਾਲ, ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਇਸ ਵਿਦ ਡਠ ਕਰ ਆਏਗੋ, ਜਹ ਤਿਤ ਗੁਰ ਭਗਵਾਨ। ਵਿਖਨ ਪਰਸ ਪਰ ਹੋਤ ਹੋਤ ਪਾ ਲਰਬੇ ਚੌਂਪ ਚੌਂਪ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।